Today we are discussing about the types of sentences. ਤੁਸੀਂ ਦੇਖਿਆ ਕਿ ਜਦੋਂ ਅਸੀਂ 6th ਕਲਾਸ ਦੇ ਵਿੱਚ ਇੰਗਲਿਸ਼ ਸਬਜੈਕਟ ਦੇ ਗ੍ਰਾਮਰ ਪੋਰਸ਼ਨ ਨੂੰ ਮੇਬੀ ਟੈਕਸਟ ਬੁੱਕ ਨੂੰ ਸਟਾਰਟ ਕਰਦੇ ਹੋ ਤਾਂ ਫਸਟ ਆਫ ਆਲ ਸਾਡਾ ਜਿਸ ਗੱਲ ਦੇ ਨਾਲ ਵਾਹ ਵਾਸਤਾ ਪੈਂਦਾ ਹੈ ਦੈਟ ਇਜ਼ ਵਰਡ ਤੋਂ ਪਹਿਲਾਂ ਦੀ ਜੋ ਸਟੇਜ ਹੈ ਤੁਹਾਡੀ ਆਲਫਾਬੈਟਸ ਦੀ ਲਰਨਿੰਗ ਆਫ ਆਲਫਾਬੈਟਸ ਉਹ ਤੁਸੀਂ ਲੋਅਰ ਕਲਾਸਿਸ ਦੇ ਵਿੱਚ ਪਹਿਲਾਂ ਕਰ ਚੁੱਕੇ ਹੁੰਦੇ ਹੋ। ਆਫਟਰ ਦੈਟ ਜਦੋਂ ਅਸੀਂ ਕਹਿੰਦੇ ਵੀ ਵਿਦ ਦਾ ਕੰਬੀਨੇਸ਼ਨ ਆਫ ਸਮ ਆਲਫਾਬੈਟਸ ਕੀ ਬਣ ਜਾਂਦਾ ਸਾਡੇ ਕੋਲੇ ਵਰਡ ਬਣ ਜਾਂਦਾ ਹੈ। ਜਿੱਦਾਂ ਕਿ WORD the combination of 4 alphabets with the proper arrangement of alphabets ਜੋ ਗੱਲ ਚੀਜ਼ ਤੁਹਾਡੇ ਸਾਹਮਣੇ ਆਉਂਦੀ ਹੈ that is known as the word and similarly ਅਗਰ ਅਸੀਂ ਬਹੁਤ ਸਾਰੇ words ਨੂੰ ਕੰਬਾਈਨ ਕਰ ਦਈਏ ਪ੍ਰੋਪਰ ਅਰੇਂਜਮੈਂਟ ਦੇ ਵਿੱਚ words ਨੂੰ ਜਿਸ ਤਰ੍ਹਾਂ ਅਸੀਂ alphabets ਨੂੰ ਕੰਬਾਈਨ ਕੀਤਾ ਉਹ ਕੀ ਬਣ ਗਿਆ ਦੈਟ ਇਜ਼ ਵਰਡ ਦੀ ਫਾਰਮੇਸ਼ਨ ਸਾਡੇ ਸਾਹਮਣੇ ਆ ਗਈ। ਬਟ ਇੱਥੇ ਧਿਆਨ ਦੇਣ ਦੀ ਜ਼ਰੂਰਤ ਹੈ ਪਲੀਜ਼ ਕੀਪ ਇਨ ਯੂਰ ਮਾਈਂਡ ਕਿ ਜੋ ਆਲਫਾਬੈਟਸ ਨੇ ਦੋ ਸ਼ੁੱਡ ਬੀ ਇਨ ਦਾ ਪ੍ਰੋਪਰ ਅਰੇਂਜਮੈਂਟ ਇੱਕ ਸਪੈਸ਼ਲ ਸਿਮੈਟਰੀ ਦੇ ਵਿੱਚ। ਅਗਰ ਅਸੀਂ ਇਹ ਨਹੀਂ ਹੈ ਜੇ ਅਸੀਂ ਇਹ ਗੱਲ ਕਹਿ ਦਈਏ ਕਿ ਅਸੀਂ ਕਿਸੇ ਵੀ ਸਿਮੈਟਰੀ ਦੇ ਵਿੱਚ ਕਿਸੇ ਵੀ ਅਰੇਂਜਮੈਂਟ ਦੇ ਵਿੱਚ ਵਰਡਸ ਨੂੰ ਰੱਖ ਲਈਏ ਆਲਫਾਬੈਟਸ ਨੂੰ ਰੱਖ ਲਈਏ ਤਾਂ ਉਹ ਵਰਡ ਬਣ ਜਾਵੇਗਾ ਇਟ ਇਜ਼ ਨੋਟ ਕਰੈਕਟ। ਸੋ ਪ੍ਰੋਪਰ ਅਰੇਂਜਮੈਂਟ ਜਾਂ ਆਪਾਂ ਮੈਂ ਦੂਸਰੇ ਸ਼ਬਦਾਂ ਵਿੱਚ ਇਹ ਕਹਿ ਦਿਆਂ ਵੀ ਆਲਫਾਬੈਟਸ ਦੀ ਉਹ ਅਰੇਂਜਮੈਂਟ ਜਿਸ ਦੇ ਕੰਬੀਨੇਸ਼ਨ ਤੋਂ ਬਾਅਦ ਜਿਹੜਾ ਸਾਡੇ ਕੋਲੇ ਵਰਡ ਆਉਂਦਾ ਹੈ ਉਹਦਾ ਕੋਈ ਮੀਨਿੰਗ ਹੁੰਦਾ ਹੈ ਮੀਨਿੰਗਫੁਲ ਹੁੰਦਾ ਹੈ ਦੈਟ ਇਜ਼ ਦਾ proper definition of word. Similarly ਅਸੀਂ ਜਦੋਂ sentence ਦੀ definition ਲੈਂਦੇ ਹਾਂ word ਤੋਂ ਬਾਅਦ sentence what is sentence students sentence means the definition of sentence is totally similar to the definition of a word. Special arrangement or combination of some words is known as sentence that forms sentence ਦੀ ਆਪਾਂ ਐਗਜ਼ਾਮਪਲ ਲੈਣੇ ਆ ਉਰੇ she is working she is working means here are 3 words. First word is she, second word is and third word is working. So with the combination of these words these 3 words ਜੋ ਤੁਹਾਡੇ ਕੋਲ ਇਹ ਬਣ ਕੇ ਆ ਗਿਆ this is known as a sentence. sentence ਦੇ ਪਾਰਟਸ ਹੁੰਦੇ ਨੇ ਅੱਗੇ parts of the sentence. ਪਾਰਟਸ ਆਫ ਦਾ ਸੈਂਟੈਂਸ ਵੀ ਪਹਿਲਾਂ ਤੁਹਾਨੂੰ ਕਿਉਂਕਿ ਸੈਂਟੈਂਸ ਦੀ ਟਾਈਪਸ ਜਾਣਨ ਤੋਂ ਪਹਿਲਾਂ ਇਸ ਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਮੋਸਟ ਆਫ ਦਾ ਸਟੂਡੈਂਟਸ ਦੇ ਬਾਰੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਸੁਜੈਸਟ ਕਰੂੰਗਾ ਡੀਅਰ ਸਟੂਡੈਂਟਸ ਕਿ ਕਦੇ ਵੀ ਰੱਟਾ ਨਾ ਲਗਾਓ ਕ੍ਰੈਮਿੰਗ ਦੈਟ ਇਜ਼ ਨੋਟ ਯੂਜ਼ਫੁਲ ਫਾਰ ਯੂ। ਹਰ ਇੱਕ ਚੀਜ਼ ਨੂੰ ਪਹਿਲਾਂ ਡੀਪਲੀ ਸਟੱਡੀ ਕਰੋ। ਜਿਵੇਂ ਆਪਾਂ ਜਦੋਂ ਅਸੀਂ ਟਾਈਪਸ ਆਫ ਸੈਂਟੈਂਸ ਦੀ ਗੱਲ ਕਰਦੇ ਹਾਂ ਪਹਿਲਾਂ ਅਸੀਂ ਆਲਫਾਬੈਟ ਦੀ ਗੱਲ ਕੀਤੀ ਆਲਫਾਬੈਟ ਤੋਂ ਬਾਅਦ ਅਸੀਂ ਨੇ ਵਿਦ ਦਾ ਕੰਬੀਨੇਸ਼ਨ ਆਫ ਆਲਫਾਬੈਟਸ ਅਸੀਂ ਨੇ ਵਰਡ ਦੀ ਗੱਲ ਕੀਤੀ ਵਰਡ ਤੋਂ ਬਾਅਦ ਅਸੀਂ ਨੇ ਫਿਰ ਵਿਦ ਦਾ ਕੰਬੀਨੇਸ਼ਨ ਆਫ ਵਰਡਸ ਅਸੀਂ ਨੇ ਸੈਂਟੈਂਸ ਦੀ ਗੱਲ ਕੀਤੀ ਤੇ ਸੈਂਟੈਂਸ ਦੀ ਗੱਲ ਤੋਂ ਬਾਅਦ ਹੁਣ ਅਸੀਂ ਕਰਦੇ ਹਾਂ ਪਾਰਟਸ ਆਫ ਆ ਸੈਂਟੈਂਸ। ਪਾਰਟਸ ਆਫ ਸੈਂਟੈਂਸ ਕੀ ਹੁੰਦੇ ਨੇਗੇ ਫਸਟ ਪਾਰਟ ਇਜ਼ ਸਬਜੈਕਟ ਸੈਕੰਡ ਇਜ਼ ਹੈਲਪਿੰਗ ਵਰਬ and third part is
verb. Fourth is preposition. And next, last one is object. So 1, 2, 3, 4 and 5. These are the parts of a sentence. ਇੱਥੇ ਇੱਕ ਕੁਐਸਚਨ ਰਾਈਜ਼ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ। ਇਹ ਜੋ ਸੈਂਟੈਂਸ ਸੀ ਅਸੀਂ ਨੇ ਐਗਜ਼ਾਮਪਲ ਲੈਤੀ ਹੈ। In this example, what is she? She is a subject, is a helping verb, and then working, this is verb. So it means जो given sentence ਦੀ example है, ਇਸ ਦੇ ਵਿੱਚ ਅਸੀਂ ਨੇ sentence ਦੇ only 3 parts ਨੂੰ consider ਕੀਤਾ ਹੈ। ਤਾਂ ਇੱਕ question raise ਹੁੰਦਾ ਹੈ। It means ਜੇ ਇਸ ਸੈਂਟੈਂਸ ਦੇ ਵਿੱਚ ਆ ਲਾਸਟ ਵਾਲੇ ਪ੍ਰੈਪੋਜੀਸ਼ਨ ਐਂਡ ਆਬਜੈਕਟ ਪਾਰਟਸ ਨਹੀਂ ਹਨ ਵੀ ਇਜ਼ ਇਟ ਦਾ ਇਨਕੰਪਲੀਟ ਸੈਂਟੈਂਸ, ਕੀ ਇਹ ਕੰਪਲੀਟ ਨਹੀਂ ਹੈ ਸੈਂਟੈਂਸ? ਨੋ ਨੋ ਨੋ, ਦਿਸ ਇਜ਼ ਅ ਕੰਪਲੀਟ ਸੈਂਟੈਂਸ। ਇੱਥੇ ਤੁਹਾਡੇ ਜਾਣਕਾਰੀ ਦੇ ਲਈ ਕਿ ਇਹ ਮੈਕਸਿਮਮ ਨੰਬਰ ਦੇ ਵਿੱਚ ਪਾਰਟਸ ਨੇ ਇੱਕ ਸੈਂਟੈਂਸ ਦੇ ਜੋ ਕਿ ਹੋ ਸਕਦੇ ਹਨ। ਬਟ ਅਸੀਂ ਇਹ ਵੀ ਇੱਕ ਸੈਂਟੈਂਸ 2 ਵਰਡ ਦੇ ਕੰਬੀਨੇਸ਼ਨ ਨਾਲ ਵੀ ਹੋ ਸਕਦਾ ਹੈ। ਉਹਦੇ ਵਿੱਚ ਕੋਈ 2 ਚੀਜ਼ਾਂ ਹੋ ਸਕਦੀਆਂ ਨੇਗੀਆਂ, ਸਬਜੈਕਟ ਐਂਡ ਵਰਬ ਇਕੱਲੀਆਂ ਵੀ ਹੋ ਸਕਦੀਆਂ ਨੇਗੀਆਂ। ਇਹਦੇ ਵਿੱਚੋਂ ਕੋਈ 2 ਮਿਨੀਮਮ ਹੋਣਗੀਆਂ 5 ਪਾਰਟਸ ਦੇ ਵਿੱਚੋਂ ਕਿਸੇ ਵੀ ਸੈਂਟੈਂਸ ਦੇ ਵਿੱਚ, ਤੇ ਮੈਕਸਿਮਮ ਨੰਬਰ ਦੇ ਵਿੱਚ ਉਹ ਹੋਣਗੇ 5 ਪਾਰਟਸ ਹੋਣਗੇ ਸੈਂਟੈਂਸ ਦੇ। ਸੋ ਇਹਨਾਂ ਦੀ ਵੀ ਅਰੇਂਜਮੈਂਟ ਪ੍ਰੋਪਰ ਅਸੀਂ ਦੇਖਾਂਗੇ ਕਿ ਕਿਵੇਂ ਕਿਵੇਂ ਉਹ ਟਾਈਪਸ ਆਫ ਸੈਂਟੈਂਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਸੋ ਆਈ ਥਿੰਕ ਸੋ ਕਿ ਤੁਹਾਨੂੰ ਜ਼ਰੂਰ ਇਸ ਦੇ ਬਾਰੇ ਵਿੱਚ ਹੁਣ ਤੱਕ ਮੈਂ ਦੁਬਾਰਾ ਫਿਰ ਰਿਪੀਟ ਕਰਦਾ ਕਿ ਫਸਟ ਆਫ ਆਲ ਅਲਫਾਬੈਟਸ ਅਸੀਂ ਫਸਟ ਟੂ ਨਰਸਰੀ ਟੂ 5th ਕਲਾਸ ਤੱਕ ਅਸੀਂ ਚੰਗੀ ਤਰ੍ਹਾਂ ਜਾਣ ਲੈਂਦੇ ਹਾਂ, ਲਰਨ ਕਰ ਲੈਂਦੇ ਹਾਂ। ਵਰਡ ਕੀ ਹੋ ਗਿਆ? ਵਿਦ ਦ ਕੰਬੀਨੇਸ਼ਨ ਵਿਦ ਦ ਸਪੈਸ਼ਲ ਅਰੇਂਜਮੈਂਟ ਆਫ ਸਮ ਅਲਫਾਬੈਟਸ ਦੈਟ ਇਜ਼ ਵਰਬ। ਕੀ ਬਣ ਗਿਆ? ਉਹ ਵਰਡ ਬਣ ਗਿਆ। ਕੀ ਬਣ ਗਿਆ ਬਈ? ਉਹ ਵਰਡ ਬਣ ਗਿਆ। ਵਰਡ ਨੂੰ ਆਪਾਂ ਹੋਰ ਵੀ ਕੁਝ ਕਹਿ ਸਕਦੇ ਹਾਂ, ਬੈਟ, ਕੈਟ। ਇਹ ਕੀ ਹੈ? ਦਿਸ ਇਜ਼ ਅ ਐਗਜ਼ਾਮਪਲ ਆਫ ਵਰਡ ਵਿਦ ਦ ਕੰਬੀਨੇਸ਼ਨ ਆਫ 3 ਅਲਫਾਬੈਟਸ। ਬੈਟ, ਬੈਟ ਇਜ਼ ਮੀਨਿੰਗਫੁਲ। ਜਿਸ ਡਿਵਾਈਸ ਹੈ ਜਿਸ ਨਾਲ ਅਸੀਂ ਖੇਡਦੇ ਹਾਂ, ਬੱਚੇ ਗੇਮ ਖੇਡਦੇ ਹਨ, ਬੈਟ ਬਾਲ। ਵਰਡ ਬਣ ਗਿਆ। ਆਪਾਂ ਨੇ ਉਸੇ ਨੂੰ ਵਰਡ ਨੂੰ ਹੀ ਇੱਕ ਐਗਜ਼ਾਮਪਲ ਦੇ ਤੌਰ ਤੇ ਲੈ ਲਿਆ। ਮੈਂ ਇਸ ਕਰਕੇ ਲਿਖਿਆ ਕਿਉਂਕਿ ਕਈ ਬੱਚਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਫਿਰ ਹੁਣ ਵਰਡ ਤੋਂ ਬਾਅਦ ਕੀ ਹੋ ਗਿਆ? ਅਸੀਂ ਵਰਡ ਤੱਕ ਪਹੁੰਚ ਗਏ। ਵਰਡ ਤੋਂ ਬਾਅਦ ਦ ਪ੍ਰੋਪਰ ਅਰੇਂਜਮੈਂਟ ਔਰ ਕੰਬੀਨੇਸ਼ਨ ਆਫ ਸਮ ਵਰਡਸ, ਅ ਸਪੈਸ਼ਲ ਕੰਬੀਨੇਸ਼ਨ, ਅ ਸਪੈਸ਼ਲ ਅਰੇਂਜਮੈਂਟ, ਪ੍ਰੋਪਰ ਅਰੇਂਜ ਆਫ ਸਮ ਵਰਡਸ ਦੈਟ ਇਜ਼ ਨੋਨ ਐਜ਼ ਅ ਸੈਂਟੈਂਸ। ਜਦੋਂ ਅਸੀਂ ਕੁਝ ਸ਼ਬਦਾਂ ਨੂੰ ਇੱਕ ਵਿਸ਼ੇਸ਼ ਅਰੇਂਜਮੈਂਟ ਦੇ ਵਿੱਚ ਲਿਖਦੇ ਹਾਂ ਤਾਂ ਸਾਡੇ ਕੋਲੇ ਇੱਕ ਵਾਕ ਬਣ ਜਾਂਦਾ ਹੈ। ਇਨ ਪੰਜਾਬੀ, ਇਨ ਮਦਰ ਟੰਗ ਅਸੀਂ ਕੀ ਕਹਿੰਦੇ? ਇਸ ਨੂੰ ਵਾਕ, ਸੈਂਟੈਂਸ ਕਹਿੰਦੇ ਆ। ਇਹਨੂੰ ਅਸੀਂ ਜੇ ਪੰਜਾਬੀ ਦੇ ਵਿੱਚ ਇਹਦੀ ਪਰਿਭਾਸ਼ਾ ਲਿਖਣੀ ਹੋਵੇ ਕਿ ਕੁਝ ਸ਼ਬਦਾਂ ਦੀ ਖਾਸ ਸਿਮਿਟਰੀ ਇੱਕ ਵਾਕ ਬਣਾਉਂਦੀ ਹੈ। ਜਿਵੇਂ ਸਾਡੇ ਕੋਲੇ ਸ਼ੀ ਇਜ਼ ਵਰਕਿੰਗ। ਫਿਰ ਆਪਾਂ ਨੇ ਬੱਚੋ ਪਾਰਟਸ, ਇੱਕ ਵਾਕ ਦੇ ਵਿੱਚ ਮੈਕਸਿਮਮ ਕਿੰਨੇ ਪਾਰਟਸ ਹੁੰਦੇ ਹਨ? ਸਬਜੈਕਟ, ਹੈਲਪਿੰਗ ਵਰਬ, ਵਰਬ, ਪ੍ਰੈਪੋਜੀਸ਼ਨ ਐਂਡ ਦੈਨ ਆਬਜੈਕਟ। ਬਟ ਇਹ ਜ਼ਰੂਰੀ ਨਹੀਂ ਹੈ ਕਿ ਹਰੇਕ ਸੈਂਟੈਂਸ ਦੇ ਵਿੱਚ ਇਹ 5 ਦੇ 5 ਪਾਰਟਸ ਹੋਣੇ ਹੀ ਚਾਹੀਦੇ ਹਨ। ਨੋ ਨੋ ਨੋ, ਐਨੀ 2 ਨਾਲ ਵੀ ਅਸੀਂ ਦੇਖਦੇ ਹਾਂ ਕਿ ਸੈਂਟੈਂਸ ਕੰਪਲੀਟ ਹੋ ਜਾਂਦਾ ਹੈ। ਨੈਕਸਟ ਬੱਚੋ, ਨਾਓ ਕਮ ਔਨ ਦਾ ਟਾਈਪਸ ਆਫ ਸੈਂਟੈਂਸਿਸ। ਟਾਈਪਸ ਆਫ ਸੈਂਟੈਂਸਿਸ ਬੇਸਿਕਲੀ ਜਦੋਂ ਅਸੀਂ ਸਟਾਰਟ ਕਰਦੇ ਹਾਂ, ਮੈਂ ਉੱਥੋਂ ਬਿਗਿਨਿੰਗ ਤੋਂ ਤੁਹਾਡੇ ਨਾਲ ਡਿਸਕਸ ਕਰਦਾ ਹਾਂ। ਫਸਟ ਆਫ ਆਲ ਅਸੀਂ ਕਹਿੰਦੇ ਹਾਂ ਇੱਥੇ ਸਾਡੇ ਕੋਲੇ ਅਸੈਰਟਿਵ ਸੈਂਟੈਂਸ, ਅਸੈਰਟਿਵ। And second is first of all assertive, and second sentence is okay. First of all ਅਸੀਂ ਉਹਦੀਆਂ ਪੂਰੀਆਂ ਟਾਈਪਸ ਨੂੰ ਲਿਖਣ ਦੀ ਬਜਾਏ ਅਸੀਂ ਇਹਨੂੰ ਡਿਸਕਸ ਕਰਦੇ ਹਾਂ ਬੱਚੋ, what is the meaning of assertive sentence।
असैरेटिव सेंटेंस मीनस दूजे शब्दों में जे मैं तुहाडी लैंग्वेज कह दियां भी सिंपल सेंटेंस इज नोन एज द असैरेटिव सेंटेंस। सिंपल सिंपल तो मीनिंग की है कि वो सेंटेंस जिस दे विच कोई कमांड ना होवे, जिस दे विच कोई क्वेश्चन ना होवे ते जिस दे विच कोई एक्सक्लेमेशन ना होवे, ਅਸੀਂ ਉਸ ਦਾ ਐਂਡ ਜਿਹੜਾ ਕਰਦੇ ਆ ਫੁੱਲ ਸਟਾਪ ਨਾਲ ਕਰਦੇ ਆ ਤੇ ਉਸ ਨੂੰ ਅਸੀਂ ਕਹਿ ਦਿੰਦੇ ਆਗੇ ਅਸੈਰੇਟਿਵ ਸੈਂਟੈਂਸ। ਤੇ ਅਸੈਰੇਟਿਵ ਸੈਂਟੈਂਸ ਅੱਗੇ ਫਰਦਰ ਟੂ ਟਾਈਪਸ ਦੇ ਹੁੰਦੇ ਹਨ। ਟੂ ਟਾਈਪਸ ਕਿਹੜੇ ਕਿਹੜੇ ਬੱਚੋ? ਫਸਟ ਟਾਈਪ ਹੈ ਸੀ ਅਫਰਮੇਟਿਵ, ਅਫਰਮੇਟਿਵ ਸੈਂਟੈਂਸ ਐਂਡ ਸੈਕੰਡ ਇਜ਼ ਨੈਗੇਟਿਵ ਸੈਂਟੈਂਸ। इस असं ना दूसरी गल कह सकते हैं पॉजिटिव सेंटेंस। पॉजिटिव तो की मीनिंग है बच्चों? जिन्होंने असीं पंजाबी च कहते हैं हाँ वाचक वाक। तो इसनों असीं कह देंगे कि ना वाचक वाक। नैगेटिव पॉजिटिव सेंटेंस एंड नैगेटिव सेंटेंस एंड विद द कंबीनेशन है उस दोनों के कंबीनेशन को कहते हैं असैरेटिव सेंटेंस। अफर्मेटिव पॉजिटिव एंड नैगेटिव मीनस नैगेटिव। नैगेटिव तो बड़ा क्लीयर हैगा भी जे मैं इहदी एग्जाम्पल लैनी होवे इत्थे दोनों दी तां आई एम वर्किंग, दिस इज द एग्जाम्पल ऑफ अफर्मेटिव सेंटेंस एंड नेक्स्ट एग्जाम्पल इज आई एम नॉट वर्किंग। This is the example of negative sentence. Negative sentence. And no, not means negative. Not means negative. So first type is assertive sentence. Assertive sentences ਨੂੰ ਅਸੀਂ further two types ਦੇ ਵਿੱਚ negative sentence and positive sentence. ਹਾਂ ਵਾਚਕ ਵਾਕ ਤੇ ਨਾ ਵਾਚਕ ਵਾਕ। ਇਹ ਦੋ ਤਰ੍ਹਾਂ ਦੇ ਵਾਕ ਬੱਚੋ ਅਸੀਂ ਡਿਸਕਸ ਕਰਦੇ ਹਾਂ। ਇਸ ਨੂੰ ਅਸੀਂ ਹੋਰ ਵੀ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰ ਸਕਦੇ ਹਾਂ बट अज मैं फिलहाल तुहाडे नाल एक एग्जाम्पल के नाल ही तुहानूं इस गलबात नूं दस रहांगा। हुण मैं नैक्सट तुहाडे कोले जिहड़ी सैकेंड टाइप हैगी उस नूं डिस्कस करते हैं आपां। सैकेंड टाइप ऑफ सेंटेंस। सैकेंड टाइप ऑफ सेंटेंस इज इंटैरोगेटिव सेंटेंस। इंटैरोगेटिव सेंटेंस। इंटैरोगेटिव सेंटेंस इट्स वेरी क्लीयर कि इसका जिहड़ा एंड हैगा वो साइन ऑफ इंटैरोगेशन नाल हुंदा है। साइन ऑफ इंटैरोगेशन नाल हुंदा है। ते जो अपने कोले फस्ट अपने टाइप डिस्कस कीती सी असैरेटिव सेंटेंस उहदा एंड हमेशा फुल स्टॉप नाल हुंदा है। ओके, इस नूं असीं पंजाबी विच कहने कि प्रश्नवाचक वाक। प्रश्नवाचक वाक। अगे फर्दर बच्चों अगेन ये टू टाइप्स के होंगे हैं। अगेन फर्स्ट इज स्टार्ट विद हेल्पिंग वर्ब। स्टार्ट विद हेल्पिंग वर्ब। तो सेकंड की है भाई स्टार्ट विद डब्ल्यू फैमिली वर्ब। डब्ल्यू फैमिली के बारे में तुसीं चंगी तरह बच्चों जानते हो कि डब्ल्यू फैमिली के जोड़े वर्ड्स ने गे वो किमें हुंदे ने? वैन, वेयर, विच, वट, हाउ, हाउ मैनी, हाउ मच, हाउ एवर, वेयर एवर एटसैट्रा। तो साढ़े को देर आर किन्ने ने बच्चों? इत्थे साढ़े को इंटैरोगेटिव सेंटेंस जिवें असीं ने कहा सी असैरेटिव सेंटेंस दे भी दो टाइप्स ने गियां। वो किहड़ियां सन? पॉजिटिव एंड नैगेटिव। सिमिलरली इंटैरोगेटिव सेंटेंस दियां भी साढ़े कोले टू टाइप्स ने गियां। फस्ट टाइप इज स्टार्ट विद द हेल्पिंग वर्ब। हेल्पिंग वर्ब किहड़ी हुंदियां ने गियां? यू नो वेरी वैल ऑलरेडी मैं एक बार एक्सप्लेन भी कर दिंदा हाँ, रिपीट करदा हाँ। इज, एम, आर, वाज, वर, विल, शैल, हैज, हैव, हैड, वुड, शुड, मे, माइट, मस्ट, can, could. These all are the
ਹੈਲਪਿੰਗ ਵਰਬਸ। ਅਗਰ ਕੋਈ ਇਹਦੇ ਨਾਲ ਸਟਾਰਟ ਹੁੰਦਾ, ਆਪਾਂ ਦੀ ਇੱਕ ਐਗਜ਼ਾਮਪਲ ਲੈਂਦੇ ਆ। ਮੈਂ ਇੱਥੇ ਇਸ ਐਗਜ਼ਾਮਪਲ ਦੇ ਨਾਲ ਤੁਹਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਅਸੈਰੇਟਿਵ ਨੂੰ ਅਸੀਂ ਇੰਟੈਰੋਗੇਟਿਵ ਵਿੱਚ ਕਨਵਰਟ ਵੀ ਨਾਲ ਕਰ ਸਕਦੇ ਹੁੰਦੇ ਹਾਂ। ਦੈਟ ਇਜ਼ ਦਾ ਟਰਾਂਸਫੋਰਮੇਸ਼ਨ ਆਫ ਸੈਂਟੈਂਸ। ਫਸਟ ਆਫ ਆਲ ਮੈਂ ਤੁਹਾਡੇ ਕੋਲ ਹੈਲਪਿੰਗ ਵਰਬ ਲਓ, ਉਸੇ ਦੀ ਐਗਜ਼ਾਮਪਲ ਲਊਂਗਾ। ਆਈ ਐਮ ਵਰਕਿੰਗ, ਤਾਂ ਇੱਥੇ ਮੈਂ ਕੀ ਕਹੂੰਗਾ, ਐਮ ਆਈ ਵਰਕਿੰਗ। ਅਖੀਰ ਤੇ ਅਗਰ ਤੁਸੀਂ ਸਾਈਨ ਆਫ ਇੰਟੈਰੋਗੇਸ਼ਨ ਨਹੀਂ ਪਾਉਂਦੇ ਤਾਂ ਇਟ ਮੀਨਸ ਇਸ ਸੈਂਟੈਂਸ ਨੂੰ ਤੁਸੀਂ ਕਿਸੇ ਵੀ ਕੀਮਤ ਦੇ ਉੱਤੇ ਇੰਟੈਰੋਗੇਟਿਵ ਸੈਂਟੈਂਸ ਨਹੀਂ ਕਹਿ ਸਕਦੇ, ਯਾਨੀ ਕਿ ਤੁਹਾਡਾ ਕੰਪਲੀਟ ਨਹੀਂ ਹੁੰਦਾ, ਕਰੈਕਟ ਨਹੀਂ ਹੋਏਗਾ 100% ਅਗਰ ਤੁਸੀਂ ਸਾਈਨ ਆਫ ਇੰਟੈਰੋਗੇਸ਼ਨ ਨਹੀਂ ਪਾਉਂਦੇ ਅਖੀਰ ਦੇ ਉੱਤੇ। ਤਾਂ ਜਿੱਦਾਂ ਆਈ ਐਮ ਵਰਕਿੰਗ ਸੀ, ਆਪਾਂ ਨੇ ਅਸੈਰਟਿਵ ਵਿੱਚ ਕੀਤਾ ਸੀ, ਉਸੇ ਨੂੰ ਹੀ ਮੈਂ ਉਰੇ ਇੰਟੈਰੋਗੇਟਿਵ ਦੇ ਵਿੱਚ ਕਨਵਰਟ ਕੀਤਾ, ਤਾਂ ਹੈਲਪਿੰਗ ਵਰਬ ਨੂੰ ਮੈਂ ਅੱਗੇ ਲੈ ਆਇਆ। ਐਮ ਇਜ਼ ਆ ਹੈਲਪਿੰਗ ਵਰਬ, ਐਮ ਆਈ working. This is the interrogative. An interrogative sentence start with the helping verb. And second example बच्चों start with the W family. Simple sentence. What is your name? What is your name? Here, what is a word belonging to the W family? What is a word belonging to the W family? So this is a example of interrogative sentence start with W family. And appraise, this is an example of an interrogative sentence start with the helping verb. So students, ਇਸਦੀਆਂ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਅਸੀਂ ਐਗਜ਼ਾਮਪਲਸ ਹੋਰ ਲੈ ਸਕਦੇ ਹਾਂ, ਬਟ ਤੁਸੀਂ ਆਪ ਖੁਦ ਦੇਖੋਗੇ ਜਦੋਂ ਬੁੱਕ ਦੇ ਵਿੱਚੋਂ ਤੁਹਾਨੂੰ ਨਾਲ ਨਾਲ ਪਤਾ ਲੱਗੇਗਾ। ਰੱਟਾ ਨਹੀਂ ਲਗਾਉਣਾ, ਮੈਂ ਤੁਹਾਨੂੰ ਐਕਸਪਲੇਨ ਕੀਤਾ ਹੈ ਕਿ ਇੱਕ ਵਾਰੀ ਮੈਂ ਰਿਪੀਟ ਕਰਕੇ ਫਿਰ ਮੈਂ ਨੈਕਸਟ ਪਾਰਟ ਤੇ ਟਾਈਪ ਤੇ ਚੱਲਦਾ ਹਾਂ। ਇੰਟੈਰੋਗੇਟਿਵ ਸੈਂਟੈਂਸ, ਪਹਿਲਾਂ ਹਾਂ ਵਾਚਕ ਸੈਂਟੈਂਸ, ਫਿਰ ਨਾ ਵਾਚਕ ਸੈਂਟੈਂਸ, ਹੁਣ ਕੀ ਆਪਣੇ ਕੋਲੇ ਪ੍ਰਸ਼ਨਵਾਚਕ ਸੈਂਟੈਂਸ ਪੰਜਾਬੀ ਦੇ ਵਿੱਚ। ਜਾਣੀ ਕਿ ਪਹਿਲਾਂ ਅਸੀਂ ਨੇ ਕੀਤਾ ਅਸੈਰਟਿਵ ਸੈਂਟੈਂਸ। ਅਸੈਰਟਿਵ ਦੀਆਂ 2 ਟਾਈਪਸ ਸੀਆਂ, ਇੱਕ ਹੈਗੇ ਸੀ ਅਫਰਮੇਟਿਵ ਪੋਜ਼ਿਟਿਵ ਸੈਂਟੈਂਸ ਐਂਡ ਨੈਗੇਟਿਵ ਸੈਂਟੈਂਸ। ਨਾਓ ਸੈਕੰਡ ਇਜ਼ ਦਾ ਇੰਟੈਰੋਗੇਟਿਵ ਸੈਂਟੈਂਸ। ਇੰਟੈਰੋਗੇਟਿਵ ਸੈਂਟੈਂਸ ਦੇ ਵਿੱਚ ਫਰਦਰ ਅਗੇਨ 2 ਟਾਈਪਸ ਨੇਗੀਆਂ। ਫਸਟ ਇਜ਼ ਦਾ ਸਟਾਰਟ ਵਿਦ ਦਾ ਹੈਲਪਿੰਗ ਵਰਬ ਐਂਡ ਸੈਕੰਡ ਇਜ਼ ਦਾ ਸਟਾਰਟ ਵਿਦ ਦਾ W family word. These are the examples of these both types of sentences. That is the interrogative sentence. Remember please, अगर तुसी sentence ਦੇ end ਦੇ ਉੱਤੇ sign of interrogation नहीं पाਉਂਦੇ ਤਾਂ it means ਤੁਸੀਂ ਕਿਸੇ ਵੀ ਕੀਮਤ ਦੇ ਉੱਤੇ 100% correct ਨਹੀਂ ਹੋ ਸਕਦੇਗੇ। So please remember ਕਿ at the end of every interrogative sentence you must put interrogative sign. So this is the second type. Now come on the third type. Third type is exclamatory sentence. Exclamatory sentence means बच्चों listen कि ਅਸੀਂ ਕਿਸ ਨੂੰ ਕਹਿੰਦੇ ਹੈਗੇ। third type ਹੈ exclamatory sentence means ਜਿਸ ਦੇ ਵਿੱਚ ਕੋਈ exclaimed, I exclaimed, हैरान होके, बहुत ज़्यादा उत्तेजित होके, वो गमी भी हो सकती है, खुशी भी हो सकती है। ਜਦੋਂ ਬੰਦਾ ਬਹੁਤ ਜ਼ਿਆਦਾ ਉਤੇਜਨਾ ਦੇ ਵਿੱਚ ਹੁੰਦਾ ਹੈ, ਐਕਸਟਰਾ ਆਰਡੀਨਰੀ ਹੈਪੀਨੈਸ, ਐਕਸਟਰਾ ਆਰਡੀਨਰੀ ਸੈਡਨੈਸ। ਉਸ ਸਮੇਂ ਜਦੋਂ ਬੰਦਾ ਕੋਈ ਆਪਣੇ ਮੂੰਹ ਦੇ ਵਿੱਚੋਂ ਕੋਈ ਸੈਂਟੈਂਸ, ਕੋਈ ਵਰਡਸ ਬੋਲਦਾ ਹੈ, ਉਹ ਜਿਹੜੇ ਵਰਡ ਨੇ ਉਸ ਦੇ ਵਿੱਚ, ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਐਕਸਕਲੇਮੇਟਰੀ ਸੈਂਟੈਂਸ ਦੇ ਵਿੱਚ ਉਹ ਸੈਂਟੈਂਸ ਜਿਸ ਦੇ ਵਿੱਚ ਕਿਸੇ ਹਿਊਮਨ ਬੀਇੰਗ ਦੀਆਂ ਇਮੋਸ਼ਨਸ, ਐਕਸਟਰਾ ਆਰਡੀਨਰੀ ਇਮੋਸ਼ਨਸ ਸ਼ੋ ਅਪ ਹੁੰਦੀਆਂ ਹਨ। ਐਕਸਟਰਾ ਆਰਡੀਨਰੀ ਸੈਡਨੈਸ ਦੀਆਂ, ਐਕਸਟਰਾ ਆਰਡੀਨਰੀ ਹੈਪੀਨੈਸ ਦੀਆਂ, ਉਹਨੂੰ ਅਸੀਂ ਕਹਿੰਦੇ ਹੈਗੇ ਐਕਸਕਲੇਮੇਟਰੀ ਸੈਂਟੈਂਸ। ਤੇ ਐਕਸਕਲੇਮੇਟਰੀ ਸੈਂਟੈਂਸ ਦੇ ਵਿੱਚ ਵੀ ਪਲੀਜ਼ ਰਿਮੈਂਬਰ ਆਲ ਸਟੂਡੈਂਟਸ,
ਸਾਈਨ ਆਫ ਐਕਸਕਲੇਮੇਸ਼ਨ, ਜਿਹਨੂੰ ਅਸੀਂ ਪੰਜਾਬੀ 'ਚ ਵਿਸ਼ਮਿਕ ਚਿੰਨ੍ਹ ਕਹਿ ਦਿੰਦੇ ਹਾਂ, ਵਿਸ਼ਮਿਕ ਚਿੰਨ੍ਹ। ਤੇ ਇੱਥੇ ਅਸੀਂ ਐਗਜ਼ਾਮਪਲ ਲੈਂਦੇ ਹਾਂ। ਮੈਂ ਇਸ ਨੂੰ ਇੱਕ ਵਾਰੀ ਹੋਰ ਐਕਸਪਲੇਨ ਕਰਦਾ ਹਾਂ। ਐਕਸਕਲਾਮੇਟਰੀ ਨੂੰ ਪਲੀਜ਼ ਧਿਆਨ ਨਾਲ ਸੁਣਨਾ ਹੈ, ਕਿਉਂਕਿ ਇਸ ਬਾਰੇ 'ਚ ਬੱਚੇ ਕਨਫਿਊਜ਼ ਹੋ ਜਾਂਦੇ ਹਨ। ਐਕਸਕਲਾਮੇਟਰੀ, ਐਕਸਕਲੇਮਡ, ਤੁਸੀਂ ਵਰਡ ਪੜ੍ਹਦੇ ਹੋ ਐਕਸਕਲੇਮਡ, ਵੀ ਅਸੀਂ ਐਕਸਕਲੇਮਡ ਮੀਨਸ ਜੋ ਤੁਹਾਡੀ ਐਕਸਟਰਾ ਆਰਡੀਨਰੀ ਹੈਪੀਨੈਸ ਐਂਡ ਸੈਡਨੈਸ ਹੈਗੀ, ਉਸ ਨੂੰ ਜਦੋਂ ਅਸੀਂ ਐਕਸਪਲੇਨ ਕਰਦੇ ਹਾਂ, ਦੈਟ ਇਜ਼ ਐਕਸਕਲਾਮੇਟਰੀ ਸੈਂਟੈਂਸ। ਤੁਸੀਂ ਉਹ ਪੋਜੈਸਿਵਨੈਸ ਦੇਖਣੀ ਹੈ, ਐਗਜ਼ਿਸਟੈਂਸ ਦੇਖਣੀ ਹੈ, ਵੀ ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਹੈ, ਉਦੋਂ ਉਹਦੇ ਅੰਦਰੋਂ ਕੋਈ ਵਰਡ ਨਿਕਲਦੇ ਹਨ। ਆਪਾਂ ਇਹ ਕਹਿੰਦੇ ਹੈਗੇ ਇੱਥੇ ਤੁਸੀਂ ਦੇਖਿਆ ਹੋਏਗਾ, ਨਾਲ ਨਾਲ ਅਸੀਂ ਸੰਬੋਧਨ ਵੀ ਕਰਦੇ ਹਾਂ। ਆਪਾਂ ਕਹਿੰਦੇ ਹੈਗੇ ਕਿ ਅਲਾਸ I am ruined. Please listen, बच्चों. This is the example of exclamatory sentence. Alas, I am ruined. इत्थे बच्चों, alas is a word representing to the extraordinary sadness. Alas is a word representing to the position of a person who is in extraordinary sadness. So इस करके alas sign of exclamation, I am ruined पंजाबी की बन गई बच्चे उसकी, ए भी हाय हाय मैं तो बर्बाद हो गया, हाय हाय मैं तो बर्बाद हो गया। ਜਾਂ ਬੱਚੋ ਅਸੀਂ ਦੂਸਰਾ ਕਹਿ ਸਕਦੇ ਹਾਂ, ਇਹਦੀ ਸੈਕੰਡ ਐਗਜ਼ਾਮਪਲ, खुशी नाल प्रगट, हुर्रा वी हैव वन द मैच। यस बच्चों, हुर्रा, हुर्रा मीनस जो बंदे ना कोई जित जाते हैं, एक्सट्रा ऑर्डीनरी जित गया, कोई जित प्राप्त हुई जिसकी उन्होंने लगता सी बड़ी मेहनत तो बाद, बड़ी उन्होंने लेबर की, बड़ी उन्होंने स्ट्रैटजी बनाई, बहुत ज़्यादा प्लैनिंग करने तो बाद हार्ड वर्क किया, हार्ड वर्क करने तो बाद वो जित गए मैच। जो मैच जिते ने, वो जी खुशी है उन्होंने को संभाली नहीं जाती, वो खुशी के एक दूजे को जफ्फियां पाते हैं, एक दूजे को सैलीब्रेट करते हैं, मिलते हैं, छाला मारते हैं, तो उस समय उन्होंने अंदरों जो वर्ड निकलता है एक्सट्रा ऑर्डीनरी हैप्पीनेस के विच, दैट इज हुर्रा, हुर्रा वी हैव वन द मैच, हुर्रा वी हैव वन द मैच, वी हैव वन द मैच। ते नेक्स्ट दिस इज द सेकंड एग्जांपल। सो दीज स्टूडेंट्स, दीज टू आर द एग्जांपल्स। फर्स्ट एग्जांपल representing to the extraordinary sadness position, and second example is representing to the extraordinary happiness the position। so ਇਸਦੀਆਂ ਅੱਗੇ ਫਰਦਰ ਦੋ ਟਾਈਪਸ ਨਹੀਂ ਹਨ, ਦੋ ਜਾਂ ਤਿੰਨ ਕੁਝ ਵੀ ਟਾਈਪਸ ਨਹੀਂ ਹਨ, ਸਿੰਗਲ ਟਾਈਪ ਦਾ ਹੈ, ਬਟ ਅਸੀਂ ਉਹਦੀ ਪੋਜੀਸ਼ਨ ਨੂੰ ਵੀ ਐਕਸਟਰਾ ਆਰਡੀਨਰੀ ਹੈਪੀਨੈਸ, ਐਕਸਟਰਾ ਆਰਡੀਨਰੀ ਸੈਡਨੈਸ, ਦੋ ਹੀ ਚੀਜ਼ਾਂ ਹੁੰਦੀਆਂ ਨੇ ਇਸ ਦੇ ਵਿੱਚ। ਤੇ ਜਦੋਂ ਵੀ ਐਕਸਟਰਾ ਆਰਡੀਨਰੀ ਐਕਸਕਲੇਮ ਕਰਦਾ ਹੈ ਬੰਦਾ, ਐਕਸਕਲੇਮ ਉਤੇਜਿਤ ਹੋ ਕੇ ਕਿਸੇ ਚੀਜ਼ ਨੂੰ ਬੋਲਦਾ ਹੈ, ਦੈਟ ਇਜ਼ ਆ ਐਕਸਕਲਾਮੇਟਰੀ ਸੈਂਟੈਂਸ। ਇੱਕ ਗੱਲ ਨੂੰ ਧਿਆਨ, ਰਿਮੈਂਬਰ ਆਲ ਦਾ ਸਟੂਡੈਂਟਸ ਪਲੀਜ਼ ਰਿਮੈਂਬਰ ਕਿ ਇੱਥੇ ਜਿਹੜਾ ਸਾਈਨ ਆਫ ਐਕਸਕਲਾਮੇਸ਼ਨ ਹੈ, ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰੀ ਹੀ ਇਸ ਵਰਡ ਤੋਂ ਬਾਅਦ ਲੱਗੇਗਾ। ਨੋ, ਇਨ ਸਮ ਸੈਂਟੈਂਸਸ ਅਸੀਂ ਅਖੀਰ ਤੇ ਵੀ ਲਗਾ ਦਿੰਦੇ ਹਾਂ, ਸਮ ਸੈਂਟੈਂਸਸ ਦੇ ਵਿੱਚ ਇਹ ਪਹਿਲਾਂ ਲੱਗਦਾ ਹੈ, ਬਟ ਸਿੰਗਲ ਟਾਈਮ ਅਗਰ ਇਹ ਤੁਸੀਂ ਜਦੋਂ ਆਇਡੈਂਟੀਫਾਈ ਕਰਨਾ ਹੈ ਸਟੂਡੈਂਟਸ, ਜਦੋਂ ਤੁਸੀਂ ਨੇ ਡਿਫਰੈਂਸ਼ੀਏਟ ਕਰਨਾ ਤੇ ਆਇਡੈਂਟੀਫਾਈ ਕਰਨਾ ਹੈ, ਦੇਖੋ ਪਹਿਲਾ ਸੈਂਟੈਂਸ ਸੀ ਅਸੈਰਟਿਵ, ਅਸੈਰਟਿਵ ਦੇ ਵਿੱਚ ਫੁੱਲ ਸਟਾਪ ਲੱਗਦਾ ਹੈ, ਬੜਾ ਕਲੀਅਰ ਹੈ, ਆਇਡੈਂਟੀਫਾਈ ਹੋ ਗਿਆ। ਐਂਡ ਸੈਕੰਡਲੀ ਜਦੋਂ ਉਸਨੇ ਡਿਸਕਸ ਕੀਤਾ ਇੰਟੈਰੋਗੇਟਿਵ, ਇੰਟੈਰੋਗੇਟਿਵ ਦੇ ਵਿੱਚ ਇੰਟੈਰੋਗੇਟਿਵ ਸਾਈਨ ਲੱਗਦਾ ਹੈ, ਉਹ ਵੀ ਆਪਾਂ ਨੂੰ ਡਿਫਰੈਂਸ਼ੀਏਟ ਹੋ ਗਿਆ ਤੇ ਆਇਡੈਂਟੀਫਾਈ ਹੋ ਗਿਆ, ਰਿਕੋਗਨਾਈਜ਼ ਕਰਨ ਵਿੱਚ ਕੋਈ ਦਿੱਕਤ ਨਹੀਂ ਆਏਗੀ। ਬਟ ਥਰਡ ਇਜ਼ ਦਾ ਐਕਸਕਲਾਮੇਟਰੀ, ਇਹਦੇ ਵਿੱਚ ਸਾਈਨ ਆਫ ਐਕਸਕਲਾਮੇਸ਼ਨ ਹੈ, ਤਾਂ ਬੱਚੋ ਇੱਥੇ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਏਗੀ ਇਸ ਨੂੰ ਰਿਕੋਗਨਾਈਜ਼ ਕਰਨ ਦੇ ਵਿੱਚ ਕਿ ਅਸੀਂ ਕਿਵੇਂ ਲੱਭੀਏ ਵੀ ਆਹ ਸੈਂਟੈਂਸ ਐਕਸਟਰਾ ਆਰਡੀਨਰੀ ਜਿਸ ਦੇ ਵਿੱਚ ਸੈਡਨੈਸ ਤੇ ਹੈਪੀਨੈਸ ਨੂੰ ਦਿਖਾਇਆ ਹੋਇਆ ਤੇ ਨਾਲ ਇਸ ਦੇ ਵਿੱਚ ਸਾਈਨ ਆਫ ਐਕਸਕਲੇਮੇਸ਼ਨ ਹੈ।
So this is the third type. And now come on the last one. Last type is a fourth one is a optative sentence. Optative sentence. So what is optative sentence? ਹੁਣ ਇੱਥੇ ਥੋੜਾ ਜਿਹਾ ਤੁਹਾਨੂੰ ਨਾ ਆਪਣੇ ਮਾਈਂਡ ਤੇ ਸਟ੍ਰੈਸ ਪਾਉਣਾ ਪਵੇਗਾ ਡਿਫਰੈਂਸ਼ੀਏਟ ਕਰਨ ਦੇ ਲਈ ਸੈਂਟੈਂਸਸ ਨੂੰ ਤੇ ਰਿਕੋਗਨਾਈਜ਼ ਕਰਨ ਦੇ ਲਈ। ਰੀਜ਼ਨ ਬਿਹਾਈਂਡ ਕੀ ਹੈ ਬੱਚੋ? ਰੀਜ਼ਨ ਇਹ ਹੈ ਕਿ ਅਸੀਂ ਜਦੋਂ ਅਸਰਟਿਵ ਸੈਂਟੈਂਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਅਸੀਂ ਸਿੰਬਲ ਯੂਜ਼ ਕਰਦੇ ਹਾਂ ਫੁੱਲ ਸਟਾਪ ਐਂਡ ਦੇ ਉੱਤੇ। ਐਂਡ ਸਿਮਿਲਰਲੀ ਆਪਟੇਟਿਵ ਸੈਂਟੈਂਸ ਦੇ ਵਿੱਚ ਵੀ ਐਟ ਦਾ ਐਂਡ ਆਫ ਦਾ ਸੈਂਟੈਂਸ ਅਸੀਂ ਸਿੰਬਲ ਯੂਜ਼ ਕਰਦੇ ਹਾਂ ਫੁੱਲ ਸਟਾਪ। ਤਾਂ ਇਹਦਾ ਮਤਲਬ ਇਹਨਾਂ 'ਚ ਸਿਮਿਲਰਿਟੀ ਹੋ ਗਈ ਅਸਰਟਿਵ ਸੈਂਟੈਂਸ ਐਂਡ ਆਪਟੇਟਿਵ ਸੈਂਟੈਂਸ, ਇਹ ਸਿਮਿਲਰਿਟੀ ਹੋ ਗਈ। ਇਹਦਾ ਮਤਲਬ ਅਸੀਂ ਸਿੰਬਲ ਤੋਂ ਨਹੀਂ ਇਸ ਨੂੰ ਰਿਕੋਗਨਾਈਜ਼ ਕਰ ਸਕਾਂਗੇ, ਡਿਫਰੈਂਸ਼ੀਏਟ ਨਹੀਂ ਕਰ ਸਕਾਂਗੇ। ਸਾਨੂੰ ਇਸ ਦੇ ਜਿਹੜਾ ਅੰਡਰ ਜਾਣੀ ਕਿ ਸਾਨੂੰ ਜਿਹੜਾ ਇਨਰ ਮੀਨਿੰਗ ਹੈ ਉਸ ਨੂੰ ਦੇਖਣਾ ਪਵੇਗਾ, ਧਿਆਨ ਦੇਣਾ ਹੈਗਾ। ਜਿਸ ਸੈਂਟੈਂਸ ਦੇ ਵਿੱਚ ਕੋਈ ਕਮਾਂਡ ਕੀਤੀ ਗਈ ਹੋਵੇ, ਜਿਸ ਸੈਂਟੈਂਸ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਮਾਂਡ ਕੀਤੀ ਗਈ ਹੋਵੇ, ਜਾਂ ਜਿਸ ਸੈਂਟੈਂਸ ਦੇ ਵਿੱਚ ਕਿਸੇ ਕਿਸਮ ਦਾ ਕੋਈ ਆਰਡਰ ਦਿੱਤਾ ਗਿਆ ਹੋਵੇ, ਜਾਂ ਸਟੂਡੈਂਟਸ ਜਿਸ ਸੈਂਟੈਂਸ ਦੇ ਵਿੱਚ ਕੋਈ ਰਿਕੁਐਸਟ ਕੀਤੀ ਗਈ ਹੋਵੇ, ਕੀ ਕੀਤੀ ਗਈ ਹੋਵੇ? ਰਿਕੁਐਸਟ ਕੀਤੀ ਗਈ ਹੋਵੇ, ਜਾਂ ਜਿਸ ਸੈਂਟੈਂਸ ਦੇ ਵਿੱਚ ਕੋਈ ਸੁਜੈਸ਼ਨ ਦਿੱਤੀ ਗਈ ਹੋਵੇ। ਦੇਖੋ ਕਮਾਂਡ, ਆਰਡਰ, ਰਿਕੁਐਸਟ, ਸੁਜੈਸ਼ਨ ਐਂਡ ਲਾਸਟ ਵਨ ਇਜ਼ ਦਾ ਉਹ ਸੈਂਟੈਂਸ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਐਡਵਾਈਸ ਦਿੱਤੀ ਗਈ ਹੋਵੇ। 1 2 3 4 ਐਂਡ 5 here are the 5 words। 5 words ਨੂੰ ਸਾਨੂੰ ਧਿਆਨ ਵਿੱਚ ਆਪਣੇ ਮਾਈਂਡ ਵਿੱਚ ਰੱਖਣਾ ਪਵੇਗਾ ਅਗਰ ਅਸੀਂ ਆਪਟੇਟਿਵ ਸੈਂਟੈਂਸ ਨੂੰ ਸਮਝਣਾ ਹੈ। ਤਾਂ ਉਹ ਸੈਂਟੈਂਸ ਜਿਸ ਦੇ ਵਿੱਚ ਇੱਕ ਵਿਅਕਤੀ ਨੇ ਇੱਕ ਨੂੰ ਜਾਂ ਬਹੁਤੇ ਵਿਅਕਤੀਆਂ ਨੂੰ ਕੋਈ ਵੀ ਕਮਾਂਡ ਕੀਤਾ ਹੈ, ਜਿਵੇਂ ਆਪਾਂ ਕਹਿੰਦੇ ਟੀਚਰ ਬੱਚਿਆਂ ਨੂੰ ਕਹਿੰਦਾ ਬੱਚੋ ਸ਼ੋਰ ਨਾ ਕਰੋ, ਸਟੂਡੈਂਟਸ ਡੂ ਨਾਟ ਮੇਕ ਅ ਨੋਇਸ। ਤਾਂ ਇਹਦੇ ਵਿੱਚ ਕਮਾਂਡ ਕੀਤੀ ਗਈ ਹੈ। ਕਮਾਂਡ, ਇਸ ਨੂੰ ਅਸੀਂ ਆਰਡਰ ਵੀ ਕਹਿ ਸਕਦੇ ਹਾਂ। ਕਮਾਂਡ ਜ਼ਰੂਰੀ ਨਹੀਂ ਹੈ ਕਿ ਕਮਾਂਡ ਤੇ ਆਰਡਰ ਦੇ ਵਿੱਚ ਵੀ ਥੋੜ੍ਹਾ ਜਿਹਾ ਇੱਕ ਡਿਫਰੈਂਸ ਹੋਏਗਾ, ਜ਼ਰੂਰ ਹੋਏਗਾ, ਹਰ ਹਾਲਤ ਦੇ ਵਿੱਚ ਹੋਏਗਾ। ਕਮਾਂਡ ਅਸੀਂ ਆਮ ਤੌਰ ਦੇ ਉੱਤੇ ਕਹਿੰਦੇ ਹਾਂ ਕਿ ਉਹਦੀ ਨੈਗੇਟਿਵਿਟੀ ਜ਼ਿਆਦਾ ਹੁੰਦੀ ਹੈ ਕਮਾਂਡ ਦੇ ਵਿੱਚ। ਵੀ ਆਪਾਂ ਇਹ ਕਹਿੰਦੇ ਹਾਂ ਕਿ ਆਰਡਰ ਤੇ ਕਮਾਂਡ ਦੋਨੋਂ ਇੱਕ ਦੂਜੇ ਨਾਲ ਮਿਲਦੇ ਜੁਲਦੇ ਕਾਫੀ ਤੱਕ ਸ਼ਬਦ ਨੇ। ਆਰਡਰ ਹਮੇਸ਼ਾ ਤੇ ਕਮਾਂਡ ਹਮੇਸ਼ਾ ਵੱਡਾ ਬੰਦਾ, ਵੱਡੇ ਰੈਂਕ ਦਾ ਬੰਦਾ ਛੋਟੇ ਵਾਲੇ ਰੈਂਕ ਵਾਲਿਆਂ ਨੂੰ, ਆਪਣੇ ਸਬਆਰਡੀਨੇਟਸ ਨੂੰ ਆਰਡਰ ਕਰਦਾ ਹੁੰਦਾ ਹੈ। ਧਿਆਨ ਰੱਖਣਾ ਇਸ ਗੱਲ ਦਾ, ਆਰਡਰ ਐਂਡ ਕਮਾਂਡ। ਨੈਕਸਟ, ਰਿਕੁਐਸਟ ਦੋਨੋਂ ਵਰਡ ਤੋਂ ਅਲੱਗ ਹੈ। ਰਿਕੁਐਸਟ ਹੁੰਦਾ ਹੈ ਬਰਾਬਰ ਦੇ ਜਾਂ ਛੋਟਾ ਬੰਦਾ, ਛੋਟੇ ਰੈਂਕ ਵਾਲਾ ਸਬਆਰਡੀਨੇਟ ਆਪਣੇ ਬੌਸ ਨੂੰ ਜੋ ਵਰਡ ਕਹੇਗਾ ਉਹਨੂੰ ਅਸੀਂ ਕਹਿੰਦੇ ਰਿਕੁਐਸਟ ਕਰੇਗਾ। ਤਾਂ ਜਿਸ ਸੈਂਟੈਂਸ ਦੇ ਵਿੱਚ ਰਿਕੁਐਸਟ ਝਲਕਦੀ ਹੈ, ਮੀਨਿੰਗਫੁਲ ਬਣਦੀ ਹੈ, ਉਹ ਦੇਖਣਾ ਹੈ ਅਸੀਂ ਨੇ। ਸੁਜੈਸ਼ਨ, ਇਹ ਥੋੜਾ ਕਨਫਿਊਜ਼ਡ ਰਹੇਗਾ। ਸੁਜੈਸ਼ਨ ਐਂਡ ਐਡਵਾਈਸ ਕੋਈ ਗੱਲ ਨਹੀਂ ਹੈ, ਤੁਸੀਂ ਦੋਨੋਂ ਨੂੰ ਸਿੰਗਲ ਚੀਜ਼ ਵੀ ਮੰਨ ਸਕਦੇ ਹੋ। ਐਡਵਾਈਸ ਬੜੀ ਕਲੀਅਰ ਹੈ, ਨਸੀਹਤ ਕਿਸੇ ਨੂੰ ਦੇਣਾ। ਨਸੀਹਤ ਦੇਣ ਦਾ ਵੀ ਕੋਈ ਬੱਚਾ ਫੇਲ ਹੋ ਗਿਆ ਜਾਂ ਘੱਟ ਨੰਬਰ ਆਏ ਨੇ, ਵੀ ਬੱਚੋ ਪੜ੍ਹਿਆ ਕਰੋ, ਅੱਗੇ ਤੋਂ ਤੁਹਾਡੇ ਵੱਧ ਨੰਬਰ ਆਉਣ। ਦਿਸ ਇਜ਼ ਐਡਵਾਈਸ, ਦਿਸ ਇਜ਼ ਅ ਐਡਵਾਈਸ। ਆਪਾਂ ਕਹਿੰਦੇ ਵੀ ਸਾਨੂੰ ਇਨਸਾਨ ਨੂੰ ਪਾਣੀ, ਵਾਟਰ ਸੇਵ ਕਰਨਾ ਚਾਹੀਦਾ ਹੈ। ਦਿਸ ਇਜ਼ ਆਲਸੋ ਐਡਵਾਈਸ ਐਂਡ ਸੁਜੈਸ਼ਨ। ਤਾਂ ਬੱਚੋ ਨੈਟਸ਼ਲ ਵੀ ਕੈਨ ਸੇ ਦੈਟ ਕਿ ਉਹ ਸੈਂਟੈਂਸ ਜਿਸ ਦੇ ਵਿੱਚ ਜਾਂ ਕਮਾਂਡ ਕੀਤੀ ਗਈ ਹੋਵੇ, ਜਾਂ ਆਰਡਰ ਕੀਤਾ ਗਿਆ ਹੋਵੇ, ਜਾਂ ਰਿਕੁਐਸਟ ਕੀਤੀ ਗਈ ਹੋਵੇ, ਜਾਂ ਬੱਚੋ ਉਸ ਦੇ ਵਿੱਚ ਸੁਜੈਸ਼ਨ ਦਿੱਤੀ ਗਈ ਹੋਵੇ, ਕੋਈ ਐਡਵਾਈਸ ਦਿੱਤੀ ਗਈ ਹੋਵੇ, ਇਹਨਾਂ ਪੰਜਾਂ ਵਿੱਚੋਂ ਕੋਈ ਵੀ ਚੀਜ਼ ਉਸ ਸੈਂਟੈਂਸ ਦੇ ਵਿੱਚ ਝਲਕਦੀ ਹੋਵੇ, ਬਟ ਉਹਦੇ ਐਂਡ ਦੇ ਉੱਤੇ ਹੋਵੇ ਫੁੱਲ ਸਟਾਪ। ਕਿਉਂਕਿ ਫੁੱਲ ਸਟਾਪ ਅਸਰਟਿਵ ਸੈਂਟੈਂਸ ਦੇ ਵਿੱਚ ਵੀ ਹੋਏਗਾ ਤੇ ਫੁੱਲ ਸਟਾਪ ਜਿਹੜਾ ਹੈਗਾ ਸਾਡੇ ਕੋਲ ਆਪਟੇਟਿਵ ਸੈਂਟੈਂਸ ਦੇ ਵਿੱਚ ਹੀ ਹੋਏਗਾ। ਅਸੀਂ ਆਹ 5 ਵਰਡਸ ਨੂੰ ਯਾਦ ਰੱਖ ਕੇ ਹੀ ਅਸਰਟਿਵ ਸੈਂਟੈਂਸ ਨਾਲੋਂ ਇਸ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ, ਅਦਰਵਾਈਜ਼ ਨਹੀਂ ਹੈ। ਇਹਦੀ ਕੋਈ ਆਪਾਂ ਐਗਜ਼ਾਮਪਲ ਲੈਂਦੇ ਹਾਂ। ਪਲੀਜ਼ ਗਿਵ ਮੀ ਆ ਪੈਨਸਲ। ਅਖੀਰ ਦੇ ਉੱਤੇ ਕੀ ਲੱਗੇਗਾ? ਫੁੱਲ ਸਟਾਪ। ਸਿੰਬਲ ਕੀ ਲੱਗੇਗਾ? ਫੁੱਲ ਸਟਾਪ।
तो प्लीज गिव मी आ पेंसिल। बड़ा क्लीयर है, इस बहुत क्लीयर है। प्लीज प्लीज वर्ड रिप्रेजेंट करता है रिक्वेस्ट नू। सो इट मीन्स वेरी क्लीयर, दिस इज नॉट एन असर्टिव सेंटेंस, दिस इज अ ऑप्टेटिव सेंटेंस। दिस इज अ ऑप्टेटिव, दिस इज एन ऑप्टेटिव सेंटेंस। Students, second example, don't make a noise. Don't make a noise. इत्थे स्टूडेंट्स नू ऑर्डर किया गया है, स्टूडेंट्स नू ऑर्डर किया गया है। तो जो ऑर्डर किया गया है स्टूडेंट्स नू, इट मीनस साडे कोले भावें एंड दे उत्ते सिंबल असी ने फुल स्टॉप यूज किया है, ईवन दैन ये जिहड़ा सेंटेंस हैगा ऑप्टेटिव सेंटेंस हैगा। इस तरह ही आपां कहने कीप टू द लैफ्ट, बॉयज ऑलवेज कीप टू द लैफ्ट, फुल स्टॉप। इस विच की है बच्चों, हमेशा खब्बे हथ चलो। एडवाइस, हियर इज अ एडवाइस। एडवाइस ये सुजैशन नहीं है, ये एडवाइस है। सुजैशन तुसी कह सकते हो जे इसनूं तुसी थोड़े जिहा उपरले लैवल के उत्ते डिस्कस करके गल करो। ऑर्डर भी नहीं है, ये ऑर्डर भी नहीं है, क्योंकि इसे सेंटेंस नूं जदों असीं बोलदे आ, बोलण लगे आ भी ये ऑर्डर ते एडवाइस ते सुजैशन कमांड डिफरेंशिएट हो जाते हैं। मैं इसनूं बोलांगा बच्चों खब्बे हथ चलिया करो। भाई कौन मुंडिओ, ओ मुंडिओ खब्बे हथ तुरिया करो। ये की बन गया? ये ऑर्डर ते कमांड बन गया। जिहड़ा पहला मैं बोलिया उसनूं सहज मते दे नाल, वो की बन गया? वो साडे कोले एडवाइस बन गई। तो बॉयज ऑलवेज कीप टू द लैफ्ट। ओके डियर स्टूडेंट्स, कदे भी रट्टा ना लगाओ, हर एक गल नूं समझण दी कोशिश करो। समझ के जदों तुसीं चाहे समझण दे लई तुहानूं अद्धा घंटा पौना घंटा टाइम जिन्ना मर्जी लग जे, बट जिहड़ी समझी हुई चीज़ है वो तुहाडी परमानेंट मैमरी दे विच रहेगी, तुहाडी अपनी होएगी। सो इस करके कदे भी रट्टा ना लगाओ। मैं टाइप्स ऑफ सेंटेंसिस अज तुहाडे नाल डिस्कस किया है, एक बारी फिर मैं तुहानूं रिमैंबर कराउण वास्ते याद करा देना। तो फस्ट टाइप साडे कोले किहड़ी सी? असर्टिव सेंटेंस। सैकेंड टाइप साडे कोले किहड़ी सी? इंटैरोगेटिव सेंटेंस। थर्ड टाइप साडे कोले किहड़ी सी? एक्सक्लामेटरी सेंटेंस। एंड फोर्थ वन लास्ट टाइप किहड़ी है साडे कोले? ऑप्टेटिव सेंटेंस। ऑप्टेटिव सेंटेंस एंड असर्टिव सेंटेंस दे एंड दे उत्ते जिहड़ा सिंबल यूज किया जाता दैट इज फुल स्टॉप। इंटैरोगेटिव सेंटेंस दे विच इंटैरोगेशन साइन, ते एक्सक्लामेटरी सेंटेंस दे विच साइन ऑफ एक्सक्लामेशन। साइन ऑफ यानी कि एक्सक्लामेटरी सेंटेंस ते इंटैरोगेटिव सेंटेंस, इन्हां दोनों नूं रिकॉगनाइज करने दे विच तुहानूं कोई दिक्कत नहीं है। सिंबल नूं असीं देख के उहनूं रिकॉगनाइज कर सकते हाँ, बट ऑप्टेटिव सेंटेंस एंड असर्टिव सेंटेंस नूं डिफरेंशिएट करन लग्गिआं, रिकॉगनाइज करन लग्गिआं मैं तुहानूं आ जिहड़ी चीज़ दसी है 5 वर्ड्स कमांड, ऑर्डर, रिक्वेस्ट, सुजैशन एंड एडवाइस, इसनूं अगर तुसीं अपने जहन दे विच रखोगे तो भावें सिंबल दोनों के मगरले पासे फुल स्टॉप है तो भी तुसीं इसनूं डिफरेंशिएट कर सकोगे। अज की क्लास के लिए तुहाडे लई इन्ना ही है। आई होप कि तुहानूं ये चीज़ समझ आ गई होएगी। अगर तुहानूं कोई चीज़ हले भी कोई लगता है, कोई दिक्कत आउंदी है, कोई समझ नहीं आएगी, तो तुसीं अपने यूट्यूब चैनल के उत्ते जिसनूं सबसक्राइब भी करो, तुसीं लाइक भी करो, तो उत्थे तुसीं अपना कमेंट दे सकते हो। तो जो भी तुहाडी कोई सुजैशन आएगी उस सुजैशन नूं असीं ध्यान विच रखदे होइआं मैं जिहड़े अगले लैक्चर ने जां इसनूं अगे मैं कंटिन्यू करांगा ट्रांसफॉर्मेशन ऑफ सेंटेंसिस, वो आपां कल नूं करांगे। अज दे लई इन्नी काफ़ी हैगा। जिन्ने तुसीं साथी इसनूं देख रहे होगे जां तुसीं देखोगे, जो भी तुहाडीआं सुजैशनस होंगियां उन्हां नूं आपां वैलकम कहांगे। आओ आपां इस कोविड के टाइम के दौरान जदों असीं फिजिकल क्लासिस नहीं लगा सकते, इस प्लेटफॉर्म का फायदा उठाइए। अज दे लई इन्नी। सो मच थैंक यू। कल मिलेंगे। ओके जी।